ਅੱਜ ਆਪਾਂ ਡਿਟਰਮੀਨੈਂਟ ਦੀ ਉਹ ਗੱਲ ਕਰਨੀ ਹੈ ਜਿਸ ਵਿੱਚ ਕੁਝ ਪ੍ਰੋਪਰਟੀਜ਼ ਨੇ ਡਿਟਰਮੀਨੈਂਟ ਦੀਆਂ, ਕੁਝ ਰੂਲਸ ਨੇ। ਅਤੇ ਜਦੋਂ ਕਿਸੇ ਨੂੰ ਇਹ ਐਕਸਰਸਾਈਜ਼ ਸਮਝ ਆ ਗਈ, ਇਹ ਪ੍ਰੋਪਰਟੀਜ਼ ਸਮਝ ਆ ਗਈਆਂ, ਇਹ ਰੂਲ ਸਮਝ ਆ ਗਏ, ਸਮਝ ਲਓ ਡਿਟਰਮੀਨੈਂਟ ਖਤਮ। ਉਸ ਤੋਂ ਬਾਅਦ ਬਹੁਤ ਈਜ਼ੀ ਜਿਹਾ ਕੰਮ ਰਹਿ ਜੂ ਡਿਟਰਮੀਨੈਂਟ ਦੇ ਵਿੱਚ। ਇਸ ਐਕਸਰਸਾਈਜ਼ ਨੂੰ, ਜਿਹੜੀ ਇਸ ਪ੍ਰੋਪਰਟੀ 'ਤੇ ਬੇਸਡ ਐਕਸਰਸਾਈਜ਼ ਹੈ, ਉਸ ਨੂੰ ਇੰਪੋਰਟੈਂਟ ਐਕਸਰਸਾਈਜ਼ ਮੰਨਿਆ ਜਾਂਦਾ ਹੈ ਅਤੇ ਥੋੜ੍ਹਾ ਔਖਾ ਹੀ ਮੰਨਿਆ ਜਾਂਦਾ ਹੈ। ਬਟ ਇਹ ਉਨੀ ਔਖੀ ਨਹੀਂ ਜੇ ਤੁਹਾਨੂੰ ਪ੍ਰੋਪਰਟੀ ਸਮਝ ਆ ਗਈ। ਪ੍ਰੋਪਰਟੀ ਦਾ ਕੰਸੈਪਟ ਸਮਝ ਆ ਗਿਆ, ਆਪਾਂ ਰੱਟਾ ਨਹੀਂ ਲਾਉਣਾ, ਉਹਦਾ ਕੰਸੈਪਟ ਸਮਝਣਾ। ਅਤੇ ਇਹਦੇ ਵਿੱਚ ਆਪਾਂ ਜਿਹੜੀਆਂ ਗੱਲਾਂ ਕਰਨੀਆਂ ਨੇ ਉਹਦੀਆਂ ਆਪਾਂ ਪਹਿਲਾਂ ਹਿੱਸੇ ਵੰਡਣਾ ਵੀ ਪਹਿਲੀ ਪ੍ਰੋਪਰਟੀ ਕੀ ਕਹਿੰਦੀ ਹੈ, ਦੂਜੀ ਕੀ ਕਹਿੰਦੀ ਹੈ, ਤੀਜੀ ਕੀ ਕਹਿੰਦੀ ਹੈ। ਪਹਿਲੀ ਪ੍ਰੋਪਰਟੀ ਕੀ ਕਹਿੰਦੀ ਹੈ, ਇਫ ਵੀ ਇੰਟਰਚੇਂਜ, ਪਹਿਲਾਂ ਮੈਂ ਬੋਲ ਕੇ ਦੱਸਦਾ ਫਿਰ ਇਹਨੂੰ ਐਕਸਪਲੇਨ ਕਰੂੰਗਾ। ਰੋਜ਼ ਵਿਦ ਕਾਲਮਸ ਆਫ ਐਨੀ ਮੈਟ੍ਰਿਕਸ, ਕਿਸੇ ਮੈਟ੍ਰਿਕਸ ਦੇ ਮੈਂ ਰੋਜ਼ ਅਤੇ ਕਾਲਮ ਨੂੰ ਇੰਟਰਚੇਂਜ ਕਰਦਾ ਅਤੇ ਮੈਂ ਡਿਟਰਮੀਨੈਂਟ ਲਵਾਂ। ਜਦੋਂ ਆਪਾਂ ਕਿਸੇ ਮੈਟ੍ਰਿਕਸ ਏ ਦੇ ਰੋਜ਼ ਦਾ ਕਾਲਮ ਆਪਾਂ ਇੰਟਰਚੇਂਜ ਕਰ ਦਿੰਦੇ ਹਾਂ ਤਾਂ ਤਾਂ ਕੀ ਬਣ ਜਾਂਦਾ, ਏ ਦਾ ਟਰਾਂਸਪੋਜ਼ ਬਣ ਜਾਂਦਾ ਨਾ। ਏ ਦੀ ਟੀ ਲਿਖ ਦਿੰਦੇ, ਏ ਡੈਸ਼ ਲਿਖ ਦਿੰਦੇ, ਜੋ ਵੀ ਲਿਖ ਦਿੰਦੇ ਆਪਾਂ। ਯਾਨੀ ਕਿ ਜੇ ਆਪਾਂ ਰੋਜ਼ ਅਤੇ ਕਾਲਮ ਚੇਂਜ ਕਰਤੇ ਅਤੇ ਉਸ ਤੋਂ ਬਾਅਦ ਆਪਾਂ ਡਿਟਰਮੀਨੈਂਟ ਲੈ ਲਿਆ ਤਾਂ ਇਹ ਡਿਟਰਮੀਨੈਂਟ ਕੀ ਹੋਊਗਾ, ਇਕੁਅਲ ਹੋਊਗਾ ਏ ਦਾ ਡਿਟਰਮੀਨੈਂਟ ਇਕੁਅਲ ਟੂ ਏ ਦੇ ਟਰਾਂਸਪੋਜ਼ ਦਾ ਡਿਟਰਮੀਨੈਂਟ। ਇਟ ਮੀਨਸ ਰੋਜ਼ ਨੂੰ ਕਾਲਮ 'ਚ ਚੇਂਜ ਕਰ ਦਈਏ, ਕਾਲਮ ਨੂੰ ਰੋਜ਼ ਚੇਂਜ ਕਰ ਦਈਏ, ਡਿਟਰਮੀਨੈਂਟ ਦੀ ਵੈਲਿਊ ਦੇ ਵਿੱਚ ਕੋਈ ਫਰਕ ਨਹੀਂ ਪਊਗਾ। ਬਹੁਤ ਈਜ਼ੀ ਜੀ ਗੱਲ ਸੀ। ਪ੍ਰੋਪਰਟੀ ਨੰਬਰ 2, ਇਫ ਵੀ interchange any two adjacent rows और columns, ਜਾਂ ਤਾਂ ਕੋਈ ਦੋ ਨਾਲ ਲੱਗਦੀਆਂ ਰੋਜ਼ ਆਪਸ 'ਚ ਇੰਟਰਚੇਂਜ ਕਰ ਦਈਏ, ਪਹਿਲੀ ਰੋ ਨੂੰ ਦੂਜੀ ਰੋ ਬਣਾ ਦਈਏ, ਦੂਜੀ ਨੂੰ ਪਹਿਲੀ ਬਣਾ ਦਈਏ, ਜਾਂ ਦੂਜੀ ਨੂੰ ਤੀਜੀ ਬਣਾ ਦਈਏ, ਤੀਜੀ ਨੂੰ ਦੂਜੀ, ਨਾਲ ਲੱਗਦੀਆਂ ਰੋਜ਼, ਜਾਂ ਦੋ ਨਾਲ ਲੱਗਦੇ ਕਾਲਮਸ ਆਪਸ 'ਚ ਇੰਟਰਚੇਂਜ ਕਰ ਲਈ, ਦੋਨਾਂ 'ਚ ਕੋਈ ਇੱਕ ਕੰਮ ਕਰ ਲਈਏ ਤਾਂ ਸਾਈਨ ਆਫ ਡਿਟਰਮੀਨੈਂਟ ਚੇਂਜ। ਮਤਲਬ ਕੀ ਹੈ, ਡਿਟਰਮੀਨੈਂਟ ਦਾ ਸਾਈਨ ਚੇਂਜ ਹੋ ਜਾਂਦਾ ਹੈ। ਜੇ ਪੋਜ਼ੀਟਿਵ ਹੈ ਡਿਟਰਮੀਨੈਂਟ ਨੈਗੇਟਿਵ ਹੋ ਜਾਂਦਾ, ਜੇ ਨੈਗੇਟਿਵ ਹੈ ਤਾਂ ਪੋਜ਼ੀਟਿਵ ਹੋ ਜਾਂਦਾ। ਆਪਾਂ ਬਾਹਲੀ ਵੱਡੀ ਐਗਜ਼ਾਮਪਲ ਲੈਂਦੇ, ਇੱਕ ਛੋਟੀ ਜਿਹੀ ਇੱਕ ਮੈਟ੍ਰਿਕਸ ਆ ਹੈ, ਇਹਦਾ ਡਿਟਰਮੀਨੈਂਟ ਲਵਾਂਗੇ, ਜਾਣੀ ਆਹ ਚੀਜ਼ ਆ ਜੂਗੀ 2 5 10 4 3 12, ਡਿਟਰਮੀਨੈਂਟ ਕੀ ਆ ਗਿਆ ਮਾਈਨਸ ਦਾ 2। ਹੁਣ ਕੀ ਕਰੋ, ਹੁਣ ਇਹਦੀ ਰੋਜ਼ ਇੰਟਰਚੇਂਜ ਕਰ ਦਿਓ, ਦੂਜੀ ਰੋ ਨੂੰ ਪਹਿਲੀ ਨਾਲ ਕਰਤਾ, ਰੋਜ਼ ਕੀ ਕਰਤੀ ਆਪਾਂ ਇੰਟਰਚੇਂਜ ਕਰਤੀਆਂ, ਰੋ 1 ਰੋ 2 ਬਣ ਗਈ, ਰੋ 2 ਰੋ 1 ਬਣ ਗਈ। ਹੁਣ ਕੀ ਬਣ ਜੂ, 4 3 12 5 2 10 ਅਤੇ ਨਵਾਂ ਡਿਟਰਮੀਨੈਂਟ ਕਿੰਨਾ ਹੈ 2, ਪਹਿਲਾਂ ਵਾਲਾ ਕਿੰਨਾ ਆਇਆ ਸੀ -2। ਮਤਲਬ ਦੋ ਨਾਲ ਲੱਗਦੀਆਂ 3 ਬਾਈ 3 'ਚ ਨਹੀਂ, ਮਤਲਬ ਜਿਹੜੀ ਮਰਜ਼ੀ ਨਹੀਂ ਬਦਲ ਕਰੇ, ਰੋ 1 ਨੂੰ ਰੋ 3 ਨਾਲ ਇੰਟਰਚੇਂਜ ਕਰਨ ਦੀ ਗੱਲ ਨਹੀਂ ਕਰਦਾ ਮੈਂ। ਦੋ ਨਾਲ ਲੱਗਦੀਆਂ ਰੋਜ਼ ਜਾਂ ਦੋ ਨਾਲ ਲੱਗਦੇ ਕਾਲਮਸ ਆਪਸ 'ਚ ਇੰਟਰਚੇਂਜ ਹੋ ਜਾਣ ਤਾਂ ਉਸ ਜਿਹੜੀ ਡਿਟਰਮੀਨੈਂਟ ਦੀ ਵੈਲੂ ਹੈ, ਜੇ ਪੋਜ਼ੀਟਿਵ ਹੈ ਤਾਂ ਨੈਗੇਟਿਵ ਬਣ ਜੂ, ਨੈਗੇਟਿਵ ਹੈ ਤਾਂ ਪੋਜ਼ੀਟਿਵ ਬਣ ਜੂਗੀ। ਥਰਡ ਪ੍ਰੋਪਰਟੀ ਕੀ ਕਹਿੰਦੀ ਹੈ ਬੇਟਾ ਕਿ if two rows of a determinant are identical, if two rows in columns भी नाल पढ़ना इनू या columns, if two rows या columns are identical, identical मतलब इक्को ਜਿਹੇ ਜਿਹਨੇ ਸ਼ਕਲਾਂ ਮਿਲਦੀਆਂ ਹੋਣ। ਹੁਣ ਸ਼ਕਲਾਂ ਕਿਵੇਂ ਮਿਲਣਗੀਆਂ, ਮਤਲਬ ਮੈਂ ਇੱਕ ਐਗਜ਼ਾਮਪਲ ਦਿੰਦਾ 3 2 3 2 2 3 3 2 3, ਮਾੜਾ ਰੋ 1 ਅਤੇ ਰੋ 3 'ਚ ਝਾਤੀ ਮਾਰੋ, 3 2 3, ਇਹ ਵੀ 3 2 3, ਰੋ 1 ਐਂਡ ਰੋ 3 ਆਰ ਆਇਡੈਂਟੀਕਲ, ਇਹ ਆਇਡੈਂਟੀਕਲ ਨੇ, ਇਟ ਮੀਨਸ ਇਹਦਾ ਡਿਟਰਮੀਨੈਂਟ ਤੁਸੀਂ ਸੋਲਵ ਕਰਕੇ ਦੇਖੋ ਕੀ ਆ ਜਾਊਗਾ, 0 ਆ ਜਾਊਗਾ। ਕੋਈ ਰੋਜ਼ ਵੀ ਆਇਡੈਂਟੀਕਲ ਹੋ ਸਕਦੀ ਹੈ, ਹੋ ਸਕਦਾ ਦੋ ਕਾਲਮ ਆਇਡੈਂਟੀਕਲ ਹੋਣ ਤਾਂ ਵੀ ਡਿਟਰਮੀਨੈਂਟ ਕੀ ਆ ਜਾਣਾ, 0 ਆ ਜਾਣਾ।
ਇਹਦੇ ਵਿੱਚ ਇੱਕ ਗੱਲ ਹੋਰ ਕਰ ਦਿੰਦਾ, ਮੰਨ ਲਓ ਇਹਦੇ ਇੱਕ ਹੋਰ ਵਾਧਾ ਕਰ ਦਿੰਦਾ ਮੈਂ ਇਸੇ ਪ੍ਰੋਪਰਟੀ ਦੇ ਵਿੱਚ। ਮੰਨ ਲਓ ਦੋ ਰੋਜ਼ ਕੀ ਨੇ, ਇੱਕ ਦੂਜੇ ਦੀ ਰੇਸ਼ੋ, ਇੱਕ ਰੋ ਤੇ ਦੂਜੀ ਰੋ, ਕੋਈ ਵੀ ਦੋ ਰੋਜ਼ ਹੋ ਸਕਦੀ ਹੈ, ਕੋਈ ਵੀ ਦੋ ਕਾਲਮ ਹੋ ਸਕਦੇ ਆ, ਉਹ ਪ੍ਰਪੋਰਸ਼ਨਲ ਨੇ। ਪ੍ਰਪੋਰਸ਼ਨਲ ਮੀਨ ਦਾ ਮਤਲਬ ਕੀ ਹੁੰਦਾ, ਮੰਨ ਲਓ ਵੀ ਮੰਨ ਲਓ ਆਹ ਰੋ 3 2 3 ਹੈ, ਆਹ ਜੀ 6 4 6, ਆਹ 1 4 9 ਹੈ, ਮੰਨ ਲਓ ਇੱਦਾਂ ਹੈ। ਹੁਣ ਧਿਆਨ ਨਾਲ ਦੇਖੋਗੇ ਜਿਹੜੀ ਰੋ 2 ਹੈ ਉਹ ਬੇਸਿਕਲੀ ਕੀ ਹੈ, ਉਹ ਰੋ 1 ਦਾ ਡਬਲ ਹੈ, ਯਾਨੀ ਪ੍ਰਪੋਰਸ਼ਨ ਦੇ ਵਿੱਚ ਹੈ। ਰੋ 1 ਤੇ ਰੋ 2 ਆਪਸ 'ਚ ਪ੍ਰਪੋਰਸ਼ਨਲ ਨੇ, ਅਨੁਪਾਤੀ ਨੇ, ਤਾਂ ਇਸ ਕੇਸ ਦੇ ਵਿੱਚ ਵੀ ਡਿਟਰਮੀਨੈਂਟ ਕੀ ਹੋਊਗਾ, 0 ਹੋਊਗਾ। ਮੈਂ ਇਸ ਨੂੰ ਹੋਰ ਤਰੀਕੇ ਵੀ ਸਮਝਾ ਸਕਦਾ, ਪਰ ਇੱਕ ਵਾਰੀ ਤੁਸੀਂ ਇਹ ਗੱਲ ਸਮਝ ਲਓ। ਇਹ ਨਾ 3 ਤੇ 4 ਪ੍ਰੋਪਰਟੀ ਰਲ ਕੇ ਮਿਲੀਆਂ, ਪਹਿਲਾਂ ਚੌਥੀ ਪ੍ਰੋਪਰਟੀ ਪੜ੍ਹਨੀ ਪਊਗੀ, ਫਿਰ ਤੁਹਾਨੂੰ ਇਹ ਗੱਲ ਸਮਝ ਆ ਜੂ। ਚੌਥੀ ਪ੍ਰੋਪਰਟੀ ਕੀ ਕਹਿੰਦੀ ਹੈ? ਚੌਥੀ ਪ੍ਰੋਪਰਟੀ ਕੀ ਕਹਿੰਦੀ ਹੈ, ਇਫ ਵੀ ਮਲਟੀਪਲਾਈ ਐਨੀ ਰੋ or column of a matrix, ਕਿਸੇ ਮੈਟ੍ਰਿਕਸ ਦਾ ਕੋਈ ਰੋ ਜਾਂ ਕੋਈ ਕਾਲਮ ਦੀ ਆਪਾਂ ਮਲਟੀਪਲਾਈ ਕਰਦੇ, ਕਾਹਦੇ ਨਾਲ ਕਰਤੀ, ਵਿਦ ਕੇ। ਕੇ ਕੋਈ ਕੁਆਂਟਿਟੀ ਹੈ, ਉਹਦੇ ਨਾਲ ਆਪਾਂ ਕੀ ਕਰਤੀ, ਸਕੇਲਰ ਕੁਆਂਟਿਟੀ, ਉਹਦੇ ਨਾਲ ਆਪਾਂ ਕੀ ਕਰਤੀ, ਮਲਟੀਪਲਾਈ ਕਰਤੀ। ਮੰਨ ਲਓ ਪਹਿਲਾਂ ਮੈਟ੍ਰਿਕਸ A ਸੀਗੀ, ਉਹਦੀ ਕੋਈ ਰੋ ਸੀਗੀ, ਮੰਨ ਲਓ ਇੱਦਾਂ ਕੋਈ ਵੀ ਰੋ ਹੈ 3 5 6 4 9 2 1 0 7, ਇਹਦੀ ਪਹਿਲੀ ਰੋ ਨੂੰ ਆਪਾਂ 2 ਨਾਲ ਮਲਟੀਪਲਾਈ ਕਰਤਾ। ਪਹਿਲੀ ਰੋ ਕੋਈ ਇੱਕ ਰੋ, ਕੋਈ ਦੂਜੀ ਰੋ ਨੂੰ ਵੀ ਹੋ ਸਕਦਾ, ਤੀਜੀ ਰੋ ਨੂੰ ਵੀ, ਕੋਈ ਇੱਕ ਕਾਲਮ ਵੀ ਹੋ ਸਕਦਾ। ਮੰਨ ਲਓ ਆਪਾਂ ਪਹਿਲੀ ਰੋ ਨੂੰ 2 ਨਾਲ ਮਲਟੀਪਲਾਈ ਕਰਤਾ, ਤਾਂ ਮਲਟੀਪਲਾਈ ਕਰਨ ਤੋਂ ਬਾਅਦ ਕੀ ਬਣ ਜਾਣਾ, ਇਹ ਬਣ ਜਾਣਾ 6 10 12 4 9 2 1 0 7। ਹੁਣ ਇਹ 'ਚ ਮੈਂ ਕਹਿਣਾ ਕੀ ਚਾਹੁੰਦਾ, ਜਿਹੜੀ ਇਹਦਾ ਡਿਟਰਮੀਨੈਂਟ ਉਹ ਇੱਕੋ ਹੀ ਰੋ ਕੀਤੀ ਹੈ, ਮੈਂ ਦੋ ਨਹੀਂ ਦੋ ਰੋਜ਼ ਜਾਂ 3 ਰੋਜ਼ ਨਹੀਂ ਕੀਤੀਆਂ, ਸਿਰਫ ਇੱਕੋ ਰੋ। ਤਾਂ ਇਹਦਾ ਡਿਟਰਮੀਨੈਂਟ ਜਿਹੜਾ ਹੋਊ, ਤੇ ਇਹਦਾ ਡਿਟਰਮੀਨੈਂਟ ਹੋਊਗਾ ਉਹ ਕੇ ਏ ਹੋਊਗਾ, ਕੇ ਇੰਟੂ ਡਿਟਰਮੀਨੈਂਟ ਆਫ ਏ। ਮਤਲਬ ਜੇ ਆਪਾਂ 2 ਨਾਲ ਮਲਟੀਪਲਾਈ ਕੀਤਾ ਸੀਗਾ ਤਾਂ ਇਹ ਕੀ ਹੋਊਗਾ, 2 ਇੰਟੂ ਡਿਟਰਮੀਨੈਂਟ ਆਫ ਏ। ਇੱਕ ਐਗਜ਼ਾਮਪਲ ਆਪਾਂ, ਇਸ ਐਗਜ਼ਾਮਪਲ ਨੂੰ ਆਪਾਂ ਭਾਵੇਂ ਐਕਸਪੈਂਡ ਕਰਕੇ ਦੇਖ ਲਈਏ। ਹੁਣ ਇਹਦਾ ਡਿਟਰਮੀਨੈਂਟ ਕੱਢਦੇ ਆਪਾਂ, 3 ਆ ਗਿਆ, 9 ਇੰਟੂ 7 63, 2 - 0 0, ਮਾਈਨਸ ਦਾ 5, 4 ਇੰਟੂ 7 28, 1 ਇੰਟੂ 2 2, 6, 4 इंटू 0 0, 9 इंटू 1 9। मैं स्पेस की कमी है, पहले इतने आप डिटरमिनेंट इस मैट्रिक्स का कढ़ते हैं, तो ये बन जू 3 इंटू 63 माइनस 5 इंटू 26 एंड 6 इंटू माइनस का 9 माइनस का 54। इन्हू सॉल्व करांगे, 3 इंटू 3 9, 189 हो गया प्लस का 130 हो गया माइनस का, 54 हो गया माइनस का। ये हो गया 1, तो ये हो गया 184 माइनस का, 189 प्लस का, यानी कि 5 आ गया। ਇਹਦਾ डिटरमिनेंट की आ गया 5। ਹੁਣ ਤੁਸੀਂ ਇਹਦਾ डिटरमिनेंट देखोगे ਕੱਢ ਕੇ, ਇਹਦਾ डिटरमिनेंट आ जाऊगा 10। इट मीनस की है, एक रो 2 ਨਾਲ ਮਲਟੀਪਲਾਈ ਹੋਊਗੀ ਤਾਂ डिटरमिनेंट भी की हो गया 2 ਨਾਲ ਮਲਟੀਪਲਾਈ ਹੋ ਗਿਆ। ਜੇ ਹੁਣ 2 रोज़ मतलब ਸਾਰੀਆਂ रोज़ ਇਹਦੀ ਵੀ ਆ ਵੀ ਤਿੰਨੇ 2 ਨਾਲ ਮਲਟੀਪਲਾਈ ਹੋ ਜਾਣ, मतलब सारी ਦੀ ਸਾਰੀ मैट्रिक्स, ਪਹਿਲਾਂ ਇਹ मैट्रिक्स ए ਸੀ, सारी ਦੀ ਸਾਰੀ मैट्रिक्स 2 ਨਾਲ ਮਲਟੀਪਲਾਈ ਹੋ ਜੇ, ਪਹਿਲੀ रो भी हो जाए, दूजी रो भी हो जाए, तीजी रो भी हो जाए, फिर जो डिटरमिनेंट की होगा 2a का डिटरमिनेंट की होगा, 2a का डिटरमिनेंट होगा 2 क्यूब इंटू डिटरमिनेंट ऑफ a। इट मीनस की है 2 का क्यूब, क्यों, क्योंकि मैट्रिक्स का ऑर्डर की सीगा 3 सी। ਤਿੰਨੇ ਰੋਜ਼ ਨੂੰ ਇੱਕ ਵਾਰੀ ਇਸ ਦੇ 2 ਨਾਲ ਗੁਣਾ ਹੋਈ, ਇੱਕ ਵਾਰੀ ਇਹਦੀ 2 ਨਾਲ ਗੁਣਾ ਹੋਈ, ਇੱਕ ਵਾਰੀ ਇਹਦੀ 2 ਨਾਲ ਗੁਣਾ ਹੋਈ, ਪਹਿਲੀ ਰੋ ਦੀ 2 ਨਾਲ ਗੁਣਾ ਹੋਈ, ਦੂਜੀ ਰੋ ਦੀ 2 ਨਾਲ ਗੁਣਾ ਹੋਈ, ਤੀਜੀ ਰੋ ਦੀ 2 ਨਾਲ ਗੁਣਾ ਹੋਈ, 2 ਦੀ ਪਾਵਰ 3 ਇੰਟੂ डिटरमिनेंट ऑफ ए।
इट मीनस ये तो की प्रॉपर्टी बनती है, ये तो प्रॉपर्टी ये बनती है कि कोई मैट्रिक्स ए है जो सारी की सारी के नाल मल्टीप्लाई हो जाए, यानी ਉਹਦਾ ऑर्डर एन है, ਉਹਦਾ ऑर्डर की है एन है, एन मतलब एन इंटू एन की स्केयर मैट्रिक्स है, क्योंकि डिटर्मीनेंट हमेशा किहदा निकलदा स्केयर मैट्रिक्स का निकलदा। तो के ए का डिटर्मीनेंट की होगा के दी पावर एन, क्योंकि एन रोज नूं मल्टीप्लाई करो के इंटू डिटर्मीनेंट ऑफ ए। हुण मैं इह गल जिहड़ी कर रहा सीगा कि जदों दो रो प्रपोर्शन दे विच होण, जदों दो रोज की होण प्रपोर्शन दे विच होण तां ओहदा डिटर्मीनेंट भी की हुंदा है, जीरो हुंदा है। प्रपोर्शन च कदों हुंदी है भी मान लो इदां है, हुण ए की है ए है, मैं एनी रो 3 ਨੂੰ 2 ਨਾਲ मल्टीप्लाई करता, ये बी मैट्रिक्स मान ली, मान लो 3 2 3 0 1 7 6 4 6, ठीक है। ए का डिटर्मीनेंट सॉरी जो बी का डिटर्मीनेंट की होगा, बी का डिटर्मीनेंट की होगा वो 2 इंटू ए का डिटर्मीनेंट ही होगा, क्योंकि ए की एक रो मैं 2 ਨਾਲ मल्टीप्लाई किया तो 2 इंटू ए, पर ए का डिटर्मीनेंट की सीगा 0 सी, क्योंकि दो रोज की सीगियां आइडेंटिकल सी, तो बी का डिटर्मीनेंट 2 इंटू 0 किया गया 0। इट मीनस जे प्रपोर्शन दे विच भी होण ना तां भी डिटर्मीनेंट की हो जाता है, 0 हो जाता है। जिहड़ी पिछले वीडियो आप पार्ट 1 पाया सी ਉਹਦੇ ਵਿੱਚ एक कन्फ्यूजन सीगी, वो कन्फ्यूजन इस जी आप पिछली प्रॉपर्टी की है कि के इंटू ए का डिटर्मीनेंट होंगे वो के दी एन इंटू ए। एक्चुअली जी मैं बुक फॉलो कर रहा, बुक के एग्जाम्पल से मैं फ्लो के एग्जाम्पल उदा ही करा गया जिमें बुक के लिखी सी। उस अगला एग्जाम्पल के कुछ गड़बड़ सीगी, वो गड़बड़ को आप हुण इत्थे हल करना है कि इफ ए एंड बी आर स्केयर मैट्रिसेस of order 3 such that determinant of A is equal to 2 and AB is equal to 2i, write the value of write the value of determinant of B। हुण गिवन की है कि ए बी इज इक्वल टू 2i, दोनों पासे डिटर्मीनेंट ले लो, ए इंटू बी का डिटर्मीनेंट 2i का डिटर्मीनेंट। हुण ए इंटू ए का डिटर्मीनेंट हो जू बी का, इत्थे की गड़बड़ कर गए क्योंकि आई भी की होगी जो ए तो बी 3 इंटू 3 दी मैट्रिसेस ने, तो जी नवी मैट्रिक्स आई भी की होगी 3/3 की होगी। जब 3/3 की होगी तो 2i का जो डिटर्मीनेंट होगा 2 का क्यूब आई होगा, के दी एन आई जो आप इतने पढ़िया वो 8 इंटू डिटर्मीनेंट ऑफ आई का डिटर्मीनेंट होंगे 1, ए का डिटर्मीनेंट अपन 2 गिवन है, तो बी इज इक्वल टू 8/2, तो बी का डिटर्मीनेंट क्या होगा 4 आऊगा। इस क्वेश्चन के इन्ना क रौला सी। अगे आप चलते हैं, उस तो पहला एक मोटी निगाह आप 4 प्रॉपर्टीज़ से मारते हैं। पहली प्रॉपर्टी सी जे आप रोज़ ते कॉलम इंटरचेंज कर दिए डिटर्मीनेंट दे विच कोई फर्क नहीं पैंदा। दूजी प्रॉपर्टी कि कोई दो नाल लगदियां रोज़ या दो नाल लगदे कॉलम नूं आपस च बदल दिए तो साइन चेंज हो जाता है। तीजी प्रॉपर्टी ਜਾਂ दो रोज़ आइडेंटिकल होण ਜਾਂ दो कॉलम आइडेंटिकल होण तो डिटर्मीनेंट 0 हो जाता है। जे प्रपोर्शन दे विच भी होण दो रोज़ या दो कॉलम्स तां भी डिटर्मीनेंट की हो जाता 0 हो जाता है। चौथी प्रॉपर्टी किसी रो नूं एक रो नूं ਜਾਂ एक कॉलम नूं जे आपां के नाल मल्टीप्लाई कर दईए तो नवां डिटर्मीनेंट के इंटू ए का डिटर्मीनेंट हो। जे सारे की सारी मैट्रिक्स नूं के नाल मल्टीप्लाई कर दईए तो ऑर्डर एन होवे तो नवां डिटर्मीनेंट की हो के दी एन इंटू डिटर्मीनेंट ऑफ ए। इत्थे तक आपां हुण तक दीआं की कीतीआं प्रॉपर्टीज़ कीतीआं ने। अगे चलदे हां। पंजवीं प्रॉपर्टी भी कम दी प्रॉपर्टी है कि इफ ईच एलीमेंट ऑफ अ रो और कॉलम ऑफ अ डिटर्मीनेंट किसी रो का या किसी कॉलम का हरेक एलीमेंट आ ईच से बहुत जोर देना है, हरेक एलीमेंट इज एक्सप्रैसड एज सम ऑफ टू और मोर टर्म्स
ਉਹ ਕਿਵੇਂ ਐਕਸਪ੍ਰੈਸ ਹੋਇਆ, 2 ਜਾਂ 2 ਤੋਂ ਵੱਧ ਟਰਮਸ। ਮਤਲਬ ਕੀ ਹੈ, ਇੱਕ ਐਗਜ਼ਾਮਪਲ ਲੈਂਦਾ ਮੈਂ ਵੀ ਕੋਈ ਆ ਮੈਟ੍ਰਿਕਸ ਹੈ A1, ਪਹਿਲੀ ਰੋ ਦੇ ਵਿੱਚ A1 ਇੰਟੂ ਅਲਫਾ 2, A2 ਪਲੱਸ ਅਲਫਾ 2, A3 ਪਲੱਸ ਅਲਫਾ 3, B1 B2 B3, C1 C2 C3। ਇਹ ਇੱਕ ਮੈਟ੍ਰਿਕਸ ਹੈ। ਹੁਣ ਇਹਦੀ ਪਹਿਲੀ ਰੋ ਵੱਲ ਧਿਆਨ ਦਿਓ ਅਤੇ ਇਸ ਪ੍ਰੋਪਰਟੀ ਨੂੰ ਪੜ੍ਹੋ। ਕਿਸੇ ਰੋ ਦਾ ਜਾਂ ਕਿਸੇ ਕਾਲਮ ਦਾ ਹਰੇਕ ਐਲੀਮੈਂਟ, ਇਹਦੇ ਕਿਹੜੇ ਐਲੀਮੈਂਟ ਨੇ, 3 ਐਲੀਮੈਂਟ ਨੇ, ਉਹ ਐਕਸਪ੍ਰੈਸ ਹੋਏ ਹੋਣ ਸਮ ਆਫ ਜੋੜ 2 ਜਾਂ 2 ਤੋਂ ਵੱਧ ਟਰਮਾਂ ਦਾ। ਹੁਣ ਇਹ 'ਚ ਕਿੰਨੀਆਂ ਟਰਮਾਂ ਨੇ, 2 ਟਰਮਾਂ ਨੇ। ਜਿੰਨੀਆਂ ਟਰਮਾਂ ਇਹ 'ਚ ਹੋਣ ਉਨੀਆਂ ਇਹ 'ਚ ਹੋਣੀਆਂ ਚਾਹੀਦੀਆਂ। ਇਹ 'ਚ ਵੀ 2 ਨੇ, ਇਹ 'ਚ ਵੀ 2 ਨੇ। ਤਾਂ ਪਹਿਲੀ ਰੋ ਦੀਆਂ ਵਿੱਚ 2 ਟਰਮਾਂ ਨੇ, ਦੋਹਾਂ ਦਾ ਜੋੜ ਹੈ। ਤਾਂ ਇਹਨੂੰ ਆਪਾਂ ਲਿਖ ਸਕਦੇ ਹਾਂ 2 ਡਿਟਰਮੀਨੈਂਟਾਂ ਦੇ ਜੋੜ ਦੇ ਵਿੱਚ। ਇਟ ਕੈਨ ਬੀ ਐਕਸਪ੍ਰੈਸਡ ਐਜ਼ ਸਮ ਆਫ 2 ਔਰ ਮੋਰ ਡਿਟਰਮੀਨੈਂਟ। ਜੇ 2 ਟਰਮਾਂ ਤਾਂ 2 ਡਿਟਰਮੀਨੈਂਟ ਬਣ ਜਾਣਗੇ। ਜੇ ਟਰਮ ਇੱਕ ਨਾਲ ਗਾਮਾ ਵੀ ਹੁੰਦਾ ਇੱਥੇ ਤਾਂ 3 ਡਿਟਰਮੀਨੈਂਟ ਬਣ ਜਾਂਦੇ। ਉਹ ਬਣਨਗੇ ਕਿਵੇਂ, ਪਹਿਲਾ ਬਣ ਜੂ A1 B1 C1, A2 B2 C2, A3 B3 C3 ਪਲੱਸ। ਹੁਣ ਇਹਦੇ ਵਿੱਚ ਦੂਜੀ ਮੈਟ੍ਰਿਕਸ ਕਿਹੜੀ ਪਲੱਸ ਹੋਊਗੀ, ਅਲਫਾ 1 ਅਲਫਾ 2 ਅਲਫਾ 3, B1 B2 B3 C1 C2 C3। ਕੀ ਕੀਤਾ, ਦੂਜੀ ਰੋ ਸੇਮ ਰੱਖ ਲਈ ਦੋਨੇ ਮੈਟ੍ਰਿਕਸ ਦੇ ਵਿੱਚ, ਇਹਦੇ ਵਿੱਚ ਵੀ ਇਹਦੇ ਵਿੱਚ ਵੀ। ਤੀਜੀ ਸੇਮ ਰੱਖ ਲਈ, ਪਹਿਲੀ ਰੋ 'ਚ ਪਹਿਲੀ 'ਚ ਆਪਾਂ A1 A2 A3 ਲੈ ਲਿਆ, ਦੂਜੇ 'ਚ ਅਲਫਾ 1 ਅਲਫਾ 2। ਤਾਂ ਆ ਪਲੱਸ ਆ ਅਤੇ ਇਹ ਬਿਲਕੁਲ ਇਕੁਅਲ ਹੋਣਗੇ। ਇਹ 'ਚ ਕੋਈ ਵੀ ਫਰਕ ਨਹੀਂ ਹੋਣਾ, ਫਰਕ ਨਹੀਂ ਪੈਣਾ ਇਹਦੇ ਵਿੱਚ, ਵੈਲਿਊ ਦੇ ਵਿੱਚ ਕੋਈ ਫਰਕ ਨਹੀਂ ਪੈਣਾ। 6th ਪ੍ਰੋਪਰਟੀ ਹੈ। ਹੁਣ 6th ਪ੍ਰੋਪਰਟੀ ਕੀ ਕਹਿੰਦੀ ਹੈ, 6th ਪ੍ਰੋਪਰਟੀ ਕਹਿੰਦੀ ਹੈ ਕਿ ਇਫ ਐਨੀ ਰੋ ਆਫ ਅ ਡਿਟਰਮੀਨੈਂਟ, ਇਫ ਐਨੀ ਰੋ ਆਫ ਆ, ਜਦੋਂ ਮੈਂ ਰੋ ਕਹਾਂ ਨਾਲ ਕਾਲਮ ਆਪਣੇ ਆਪ ਪੜ੍ਹ ਲਓ, ਆਫ ਅ ਡਿਟਰਮੀਨੈਂਟ a multiple of another row and multiple of an other row is added, the value of determinant remains same। ਤਾਂ ਡਿਟਰਮੀਨੈਂਟ ਦੀ ਵੈਲਿਊ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ। ਕਿਵੇਂ, ਹੁਣ ਮੰਨ ਲਓ ਇਹਦੇ ਵਿੱਚ ਪਹਿਲਾਂ ਮੈਂ ਨਾਲੇ ਇਹਨੂੰ ਐਕਸਪਲੇਨ ਕਰਦਾ ਨਾਲੇ ਸਮਝਾਉਂਦਾ। ਮੰਨ ਲਓ ਆਹ ਇੱਕ ਮੈਟ੍ਰਿਕਸ ਹੈ ਜਿਹੜਾ ਆਪਾਂ ਡਿਟਰਮੀਨੈਂਟ ਲੈ ਰਹੇ ਹਾਂ। ਹੁਣ ਇਹ ਕੀ ਕਹਿੰਦਾ ਕੀ ਹੈ, ਪਹਿਲਾਂ ਉਹ ਸਮਝੋ। ਕਿਸੇ ਰੋ ਦੇ ਵਿੱਚ, ਪਹਿਲਾਂ ਰੋ ਆਪਾਂ ਰੋ 'ਤੇ ਅਪਲਾਈ ਕਰਦੇ ਹਾਂ, ਕਾਲਮ 'ਤੇ ਆਪਣੇ ਆਪ ਤੁਸੀਂ ਸਮਝ ਜਾਓਗੇ। ਕਿਸੇ ਹੋਰ ਰੋ ਦਾ ਮਲਟੀਪਲ ਆਪਾਂ ਐਡ ਕਰ ਦਈਏ। ਮੰਨ ਲਓ ਪਹਿਲੀ ਰੋ ਦੇ ਵਿੱਚ ਮੈਂ ਐਡ ਕਰਦਾ K ਇੰਟੂ ਤੀਜੀ ਰੋ, ਕਿਸੇ ਹੋਰ ਦਾ ਇਹਦਾ ਤੀਜੀ ਰੋ ਦਾ ਮਲਟੀਪਲ ਐਡ ਕਰਤਾ ਕਿਹਦੇ ਵਿੱਚ, ਪਹਿਲੀ ਰੋ ਦੇ ਵਿੱਚ। ਤਾਂ ਕੀ ਆ ਜਾਣਾ, A1 ਇੰਟੂ KC1, A2 ਇੰਟੂ KC ਪਲੱਸ KC2, A3 ਪਲੱਸ KC3, B1 B2 B3 C1 C2 C3। ਇਹ ਕਹਿੰਦਾ ਕਿ ਵੀ ਜੇ ਐਡ ਕਰ ਦੀ ਤਾਂ ਡਿਟਰਮੀਨੈਂਟ ਦੀ ਵੈਲਿਊ 'ਚ ਫਰਕ ਨਹੀਂ ਪੈਂਦਾ। ਹੁਣ ਕਿਉਂ ਨਹੀਂ ਪੈਂਦਾ ਇਹ ਵੀ ਸਮਝ ਲਓ। ਪਿੱਛੇ ਪ੍ਰੋਪਰਟੀ ਪੜ੍ਹ ਕੇ ਆਏ ਵੀ ਕੋਈ ਰੋ ਜਦੋਂ 2 ਟਰਮ ਦੇ ਵਿੱਚ ਐਕਸਪ੍ਰੈਸ ਹੋਈ ਹੋਵੇ, 2 ਟਰਮਾਂ ਦੇ ਜੋੜ ਦੇ ਵਿੱਚ ਐਕਸਪ੍ਰੈਸ ਹੋਈ ਹੋਵੇ, ਤਾਂ ਆਪਾਂ ਨੂੰ 2 ਹਿੱਸੇ ਕਰ ਸਕਦੇ ਹਾਂ। ਤਾਂ ਇਹਦੇ ਵੀ ਆਪਾਂ 2 ਹਿੱਸੇ ਕਰ ਦਿੰਦੇ ਹਾਂ। ਪਹਿਲਾ ਹਿੱਸਾ ਲੈਣਾ A1 B1 ਅਤੇ C1, A2 B2 C2, A3 B3 C3 ਪਲੱਸ। ਹੁਣ ਦੂਜਾ ਹਿੱਸਾ ਕੀ ਹੈ, KC1 KC2 KC3 B1 B2 B3 C1 C2 C3। ਹੁਣ ਇਹ ਦੇਖੋ ਆਹ ਰੋ ਅਤੇ ਆਹ ਰੋ ਇੱਕ ਦੂਜੇ ਦੇ ਪ੍ਰਪੋਰਸ਼ਨ ਦੇ ਵਿੱਚ ਨੇ। C1 ਨੂੰ ਰੋ 3 ਨੂੰ ਮਲਟੀਪਲਾਈ ਕਰਕੇ ਰੋ 1 ਮਿਲਦੀ ਹੈ। ਇਟ ਮੀਨਸ ਇਹਦਾ ਡਿਟਰਮੀਨੈਂਟ ਕੀ ਹੋ ਜਾਊਗਾ, 0 ਰਹਿ ਕੀ ਇਕੱਲਾ ਆ। ਅਤੇ ਇਹ ਸੇਮ ਹੀ ਬਣ ਗਿਆ ਨਾ, ਪਹਿਲਾਂ ਵਰਗਾ ਹੀ ਬਣ ਗਿਆ।
ਇਟ ਮੀਨਸ ਕਿਸੇ ਇੱਕ ਰੋ ਦੇ ਵਿੱਚ ਜਾਂ ਇੱਕ ਕਾਲਮ ਦੇ ਵਿੱਚ ਕੋਈ ਦੂਜੀ ਰੋ ਜਾਂ ਦੂਜੀ ਕਾਲਮ ਦਾ ਮਲਟੀਪਲ ਆਪਾਂ ਐਡ ਕਰ ਦਈਏ ਤਾਂ ਡਿਟਰਮਿਨ ਦੀ ਵੈਲਿਊ ਅਨਅਲਟਰਡ ਰਹਿ ਜਾਂਦੀ ਹੈ, ਚੇਂਜ ਨਹੀਂ ਹੁੰਦੀ। ਨੈਕਸਟ ਪ੍ਰੋਪਰਟੀ ਤੇ ਲਾਸਟ ਪ੍ਰੋਪਰਟੀ, ਫਿਰ ਆਪਾਂ ਇੱਕ ਅੱਧੀ ਐਗਜ਼ਾਮਪਲ ਲਵਾਂਗੇ। ਜ਼ਿਆਦਾ ਐਗਜ਼ਾਮਪਲਸ ਆਪਾਂ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ ਕਿਉਂਕਿ ਇਹ ਐਕਸਰਸਾਈਜ਼ ਦੇ ਵਿੱਚ 2 ਵੀਡੀਓਜ਼ ਤਾਂ ਲੱਗਣੀਆਂ ਹੀ ਲੱਗਣੀਆਂ ਸੀ। ਲਾਸਟ ਪ੍ਰੋਪਰਟੀ ਕਹਿੰਦੀ ਹੈ ਇੱਕ ਨਾ ਡਿਟਰਮੀਨੈਂਟ ਦਾ ਇੱਕ ਸਿੰਬਲ ਹੋਰ ਯਾਦ ਕਰ ਲਓ। ਡਿਟਰਮੀਨੈਂਟ ਨੂੰ ਆਪਾਂ ਇੱਦਾਂ ਵੀ ਲਿਖ ਦਿੰਦੇ ਹਾਂ, ਇਹ ਵੀ ਡਿਟਰਮੀਨੈਂਟ ਦਾ ਇੱਕ ਸਿੰਬਲ ਹੈ। ਇਹ ਮੈਂ ਦੱਸਣਾ ਭੁੱਲ ਗਿਆ ਸੀਗਾ ਕਿ ਕੋਈ ਡਿਟਰਮੀਨੈਂਟ ਹੈ, ਉਹਦੇ ਵਿੱਚ ਕੋਈ ਵੇਰੀਏਬਲ ਪਿਆ, ਮੰਨ ਲਓ ਐਕਸ ਪਿਆ। ਜੇ ਆਪਾਂ ਐਕਸ ਦੀ ਵੈਲਿਊ ਕੋਈ ਆਪਾਂ ਏ ਪੁੱਟ ਕਰ ਦਈਏ, ਕੋਈ ਵੀ ਵੈਲਿਊ ਏ ਪੁੱਟ ਕਰ ਦਈਏ, ਅਤੇ ਉਹ ਵੈਲਿਊ ਪੁੱਟ ਕਰਨ ਤੋਂ ਬਾਅਦ ਡਿਟਰਮੀਨੈਂਟ ਕੀ ਹੋ ਜਾਏ, ਵੈਨਿਸ਼ ਹੋ ਜਾਏ, ਯਾਨੀ ਉਹ ਕੀ ਬਣ ਜਾਏ, 0 ਬਣ ਜਾਏ। ਤਾਂ ਆਪਾਂ ਕਹਾਂਗੇ ਕਿ ਐਕਸ ਮਾਈਨਸ ਏ ਇਜ਼ ਫੈਕਟਰ ਆਫ ਡਿਟਰਮੀਨੈਂਟ। ਫੈਕਟਰ ਕੀ ਹੁੰਦਾ, ਹਿੱਸਾ ਹੁੰਦਾ। ਹਿੱਸੇ ਦਾ ਕੀ ਮਤਲਬ ਹੁੰਦਾ ਹੈ ਵੀ ਮੰਨ ਲਓ 8 ਹੈ, 8 ਨੂੰ ਕੀ ਲਿਖ ਸਕਦੇ ਆਪਾਂ 2 × 4, ਤਾਂ 2 8 ਦਾ ਫੈਕਟਰ ਹੈ, 4 ਵੀ 8 ਦਾ ਫੈਕਟਰ ਹੈ, ਹਿੱਸੇ ਨੇ ਇਹਦੇ। ਤਾਂ ਆਪਾਂ ਕਹਾਂਗੇ ਐਕਸ ਮਾਈਨਸ ਏ, ਕਿਉਂਕਿ ਐਕਸ ਇਜ਼ ਇਕੁਅਲ ਟੂ ਏ ਪੁੱਟ ਕਰਨ ਨਾਲ ਡਿਟਰਮੀਨੈਂਟ ਕੀ ਬਣ ਗਿਆ, 0 ਬਣ ਗਿਆ। ਇਟ ਮੀਨਸ ਐਕਸ ਇਜ਼ ਇਕੁਅਲ ਟੂ ਏ, ਇਹਦੀ ਕੀ ਹੈ, 0 ਹੈ। ਇਟ ਮੀਨਸ ਐਕਸ ਮਾਈਨਸ ਏ ਡਿਟਰਮੀਨੈਂਟ ਦਾ ਕੀ ਹੋਊਗਾ, ਫੈਕਟਰ ਹੋਊਗਾ। ਐਗਜ਼ਾਮਪਲ ਨਾਲ ਕਰਦੇ ਹਾਂ। ਆ ਇੱਕ ਮੈਟ੍ਰਿਕਸ ਹੈ, ਮੰਨ ਲਓ ਕਿ ਇਹ x1 4 2 ਹੈ। ਹੁਣ ਜੇ ਆਪਾਂ x ਨੂੰ 2 ਪੁੱਟ ਕਰ ਦਈਏ ਤਾਂ ਇਹ ਬਣ 2 1 4 2, 2 × 2 4 -4 ਕੀ ਹੋ ਗਿਆ, 0 ਹੋ ਗਿਆ। ਤਾਂ x ਇਕੁਅਲ 2 ਪੁੱਟ ਕਰਨ ਨਾਲ ਇਹ ਕੀ ਹੋ ਗਿਆ, 0 ਹੋ ਗਿਆ। ਇਟ ਮੀਨਸ x ਮਾਈਨਸ 2 ਇਜ਼ ਫੈਕਟਰ ਆਫ a। x minus 2 is a factor of matrix determinant A. Find the maximum value of this determinant। ਅੱਛਾ, ਇਹਨੇ ਕਿਹਾ ਨਹੀਂ ਪ੍ਰੋਪਰਟੀ ਲਾਉਣੀ ਹੈ ਜੇ ਤੁਸੀਂ ਤਾਂ, ਪਰ ਆਪਾਂ ਇਹਨੂੰ ਸੋਲਵ ਕਿਹਦੇ ਨਾਲ ਕਰਾਂਗੇ, ਪ੍ਰੋਪਰਟੀਜ਼ ਨਾਲ। ਹੁਣ ਇੱਕ ਪ੍ਰੋਪਰਟੀ ਇਹ ਸੀਗੀ ਕਿ ਕਿਸੇ ਇੱਕ ਰੋ ਜਾਂ ਇੱਕ ਕਾਲਮ ਦੇ ਵਿੱਚ ਦੂਜਾ ਰੋ ਦਾ ਮਲਟੀਪਲ ਆਪਾਂ ਐਡ ਕਰ ਦਈਏ ਤਾਂ ਡਿਟਰਮੀਨੈਂਟ ਦੀ ਵੈਲਿਊ ਫਰਕ ਨਹੀਂ ਪੈਂਦਾ। ਜਿੱਥੇ ਜਿੱਥੇ ਮੈਂ ਐਡ ਸ਼ਬਦ ਵਰਤਿਆ ਸੀ, ਐਡ ਦੇ ਵਿੱਚ ਹੀ ਸਬਟਰੈਕਟ ਪਿਆ ਹੁੰਦਾ ਕਿਤੇ ਨਾ ਕਿਤੇ। ਕਿਉਂ ਪਿਆ ਹੁੰਦਾ, ਇਹ ਤੁਸੀਂ ਪੜ੍ਹਿਆ ਕਿ 3 ਘਟਾ 4 ਨੂੰ ਆਪਾਂ ਇਹ ਵੀ ਲਿਖਦੇ ਹਾਂ 3 ਜੋੜ -4, 3 + -4, ਇਹ ਇੱਕੋ ਹੀ ਗੱਲ ਹੁੰਦੀ ਹੈ। ਬੇਸਿਕਲੀ ਐਡ ਹੀ ਹੈ, 3 ਤੇ -4 ਨੂੰ ਆਪਾਂ ਐਡ ਕਰ ਰਹੇ ਹਾਂ, ਅਤੇ ਐਡ ਦੇ ਵਿੱਚ ਹੀ ਕਿਤੇ ਨਾ ਕਿਤੇ ਮਾਈਨਸ ਸਬਟਰੈਕਟ ਪਿਆ ਹੁੰਦਾ। ਉਸ ਪ੍ਰੋਪਰਟੀ ਦੀ ਆਪਾਂ ਵਰਤੋਂ ਕਰਾਂਗੇ ਇਹਨੂੰ ਸੋਲਵ ਕਰਨ ਲਈ। ਇੱਕ ਗੱਲ ਹੋਰ ਮੋਟੀ ਯਾਦ ਕਰ ਲਓ, ਜਦੋਂ ਕਿਸੇ ਰੋ ਦੇ 3 ਐਲੀਮੈਂਟ 1 ਹੋਣ ਜਾਂ ਕਿਸੇ ਕਾਲਮ ਦੇ 3 ਐਲੀਮੈਂਟ 1 ਹੋਣ ਤਾਂ 1 1 ਦੀ ਮਦਦ ਨਾਲ ਆਪਾਂ ਇਹਨੂੰ ਵੀ 0 ਬਣਾਵਾਂਗੇ, ਇਹਨੂੰ ਵੀ 0 ਬਣਾਵਾਂਗੇ, ਫਿਰ ਆਪਾਂ ਨੂੰ ਐਕਸਪੈਂਡ ਕਰਨਾ ਸੌਖਾ ਹੋ ਜਾਊਗਾ। ਹੁਣ ਆਪਾਂ ਕਰਦੇ ਕੀ ਹਾਂ, ਆਪਾਂ ਨਾ 2 ਆਪਰੇਸ਼ਨ ਲਾਉਂਦੇ ਹਾਂ, ਇੱਕ ਰੋ 2 ਤੇ ਲਾਉਂਦੇ ਹਾਂ, ਇੱਕ ਰੋ 3 ਤੇ। ਇਹ ਤੁਹਾਨੂੰ ਸਮਝ ਆ ਜੂ ਕੀ ਲਾਉਂਦੇ ਹਾਂ। ਰੋ 2 ਦੇ ਵਿੱਚੋਂ ਕਾਲਮ ਤੇ ਲਾਉਂਦੇ ਹਾਂ। ਆ ਪਹਿਲਾ ਕਾਲਮ ਹੈ, ਆ ਦੂਜਾ ਕਾਲਮ ਹੈ, ਆ ਤੀਜਾ ਕਾਲਮ ਹੈ। ਆਪਾਂ ਆਪਰੇਸ਼ਨ ਲਾਉਂਦੇ ਹਾਂ, ਰੋ 'ਤੇ ਵੀ ਲੱਗ ਜਾਣਗੇ, ਮੈਂ ਕਾਲਮ ਨਾਲ ਕਰ ਰਿਹਾ। ਕਾਲਮ 2 ਤੇ ਆਪਰੇਸ਼ਨ ਲਗਾਇਆ, ਕਾਲਮ 2 ਮਾਈਨਸ ਕਾਲਮ 1, ਕਾਲਮ 2 ਮਾਈਨਸ ਕਾਲਮ 1। ਇਹ 'ਚ ਇੱਕ ਗੱਲ ਹੋਰ ਯਾਦ ਕਰ ਲਓ, ਉਸ ਗੱਲ 'ਤੇ ਨਾੜੇ ਰਹੋ ਵੀ ਇਕੱਲੀ ਰੋ ਲਾਉਣੀ ਹੈ ਜਾਂ ਇਕੱਲਾ ਕਾਲਮ ਲਾਉਣਾ। ਇਹ 'ਚ ਜਿੱਥੇ ਜੀ ਮਰਜ਼ੀ ਰੋ ਦਾ ਆਪਰੇਸ਼ਨ ਲਗਾ ਦਿਓ, ਜਿੱਥੇ ਮਰਜ਼ੀ ਜਾ ਕੇ ਕਾਲਮ ਦਾ ਲਗਾ ਦਿਓ। ਕਾਲਮ 2 ਦੇ ਵਿੱਚੋਂ ਕਾਲਮ 1 ਮਾਈਨਸ ਕਰਤਾ, ਅਸੀਂ ਕਾਲਮ 3 ਦੇ ਵਿੱਚੋਂ ਵੀ ਕੀ ਕਰ ਦਿਓ, ਕਾਲਮ 1 ਕੀ ਕਰ ਦਿਓ, ਮਾਈਨਸ ਕਰ ਦਿਓ। ਇਹਦਾ ਫਾਇਦਾ ਕੀ ਹੋਊਗਾ, 1 'ਚ 1 ਆ 0 ਹੋ ਜੂ, ਇਹ 'ਚੋਂ ਕਰਾਂਗੇ ਆ ਵੀ 0 ਹੋ ਜੂਗਾ। ਹੋਣਾ ਕੀ ਹੈ, 1 1 - 1 0, 1 - 1 0। ਹੁਣ ਇਹਦੇ ਤਾਂ ਕੋਈ ਆਪਰੇਸ਼ਨ ਲੱਗੇ ਹੀ ਨਹੀਂ ਗਾ, ਇਹਦੇ ਵਿੱਚੋਂ ਆ ਮਾਈਨਸ ਕਰਾਂਗੇ, ਇਕੱਲਾ ਕੀ ਰਹਿ ਜੂ, ਸਾਈਨ ਥੀਟਾ। 1 - 1 0, 1 - 1 0, ਇੱਥੇ 1 ਪਲੱਸ, ਅਤੇ ਇਹਦੇ ਵਿੱਚ ਆ 1 ਮਾਈਨਸ ਕਰਾਂਗੇ, ਕਿੱਲਾ ਕੀ ਰਹਿ ਜੂਗਾ, cos ਥੀਟਾ। ਹੁਣ ਇਹਨੂੰ ਐਕਸਪੈਂਡ ਕਰੋ ਬਾਈ ਰੋ 1, ਐਕਸਪੈਂਡ ਬਾਈ ਰੋ 1। ਐਕਸਪੈਂਡ ਕਰਨਾ ਕਿੰਨਾ ਸੌਖਾ ਹੋ ਗਿਆ, ਕਿਉਂਕਿ ਇਕੱਲੇ 1 ਨਾਲ ਐਕਸਪੈਂਡ ਹੋਊ, ਆ ਤਾਂ 0, ਆ ਤਾਂ 0 ਹੈ, ਇਹਨੂੰ ਐਕਸਪੈਂਡ ਕਰਨ ਦੀ ਲੋੜ ਨਹੀਂ। 1 × ਸਾਈਨ ਥੀਟਾ cos ਥੀਟਾ ਮਾਈਨਸ 0। ਅੱਗੇ ਵਾਲੇ ਕਰਨ ਦੀ ਲੋੜ ਨਹੀਂ, ਕਿਉਂਕਿ 0 ਨਾਲ ਮਲਟੀਪਲਾਈ ਕਰਾਂਗੇ 0, ਅਗਲੇ ਵਾਲੇ 0 ਕਰਾਂਗੇ, ਇਹਨੂੰ ਕਰਨ ਦੀ ਲੋੜ ਨਹੀਂ ਹੈ।
तो अपने को वैल्यू क्या आ गई साइन थीटा कॉस थीटा। इनू आप लिख सकते हैं 1/2 इंटू 2 साइन थीटा। क्यों लिखा ये बाद च दसदा मैं, क्योंकि ना आप इसकी मैक्सीमम वैल्यू पता करनी है। अपना ये वैल्यू आई है मैक्सीमम वैल्यू, ये वध तो वध वैल्यू की हो सकती है, वो लिए आपको कोई ना कोई ट्रिग्नोमैट्रिक आइडेंटिटी बनानी पऊगी। 2 साइन थीटा कॉस थीटा फार्मूला तो ट्रिग्नोमैट्री पढ़िया हुआ है, ये बन जू साइन 2 थीटा। ਹੁਣ एक गल याद कर लो, साइन थीटा हो साइन 2 थीटा हो साइन 3 थीटा हो जिन्ना मर्जी थीटा हो, वो हमेशा वो मैक्सीमम वैल्यू कितनी होंगी है 1 होंगी। वो मैक्सीमम वैल्यू कितनी होंगी है 1, क्योंकि ये कितों लैके कितने तक लाई करता है -1 तो लैके 1 तक। तो आप कहेंगे मैक्सीमम वैल्यू 1/2, ये मैक्सीमम वैल्यू कितनी है 1, तो टोटल मैक्सीमम वैल्यू की आ गई 1/2। ये की आ गया आंसर आ गया। उम्मीद करदा गल समझ आई होगी। आपां कीता कुछ भी नहीं, इस संबंध की मदद नाल पहली कॉलम की मदद नाल दूजे कॉलम का पहला एलीमेंट तो तीजे कॉलम का पहला एलीमेंट 0 बना लिया। क्यों बना लिया, एक्सपैंड करना सौखा हो गया। अपने को आ गया साइन थीटा कॉस थीटा, उन्होंने आप एक यहो जी ट्रिग्नोमैट्री बना ली। क्यों बनाई, क्योंकि आपको पता है कि साइन थीटा -1 तो 1 के लाई करता है, कॉस थीटा भी -1 तो 1 के लाई करता है। तो साइन थीटा की मैक्सीमम वैल्यू 1 होंगी है, कॉस थीटा की मैक्सीमम वैल्यू की होंगी है 1 होंगी है। वो रिजल्ट यूज करने लिए, क्योंकि आप वैल्यू ही मैक्सीमम कढ़नी सी, ये काम आपको करना पाया। एक छोटी एग्जाम्पल होर लवांगे, ज़्यादा काम आप अगली वीडियो के करांगे। विदाउट एक्सपैंडिंग, हम एक्सपैंड नहीं करना कितने भी, वो तो आप एक्सपैंड करता ही कितने ना कितने जाके, एक्सपैंड नहीं करना। तो प्रूव दैट फॉलोइंग डिटरमिनेंट वैनिश, विदाउट एक्सपैंडिंग च लगभग वैनिश ही प्रूव करना होंगे। तो वैनिश कदों होगा, अदरवाइज कितने ना कितने जाके आपको एक्सपैंड करना पैंदा है। पर जो वैनिश करना उदों कहते हैं विदाउट एक्सपैंडिंग। तो वैनिश कदों होंदा, डिटरमिनेंट 0 कदों बनता है, जो 2 रोज़ ਜਾਂ ਤਾਂ ਆਇਡੈਂਟੀਕਲ ਹੋ ਜਾਣ ਜਾਂ ਪ੍ਰਪੋਰਸ਼ਨ ਦੇ ਵਿੱਚ ਹੋ ਜਾਣ। ਤਾਂ ਕੋਈ 2 ਰੋਜ਼ ਆਪਾਂ ਆਇਡੈਂਟੀਕਲ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਹੁਣ ਇੱਕ ਗੱਲ ਹੋਰ ਯਾਦ ਕਰ ਲਓ ਕਿ ਆਪਾਂ ਇਸ ਕੰਮ ਕਰਨ ਲਈ ਇਹ ਕੋਈ ਹਾਰਡ ਐਂਡ ਫਾਸਟ ਰੂਲ ਨਹੀਂ। ਆਪਾਂ ਬੇਸਿਕ ਫੰਡਾ, ਜਿਵੇਂ ਤੁਹਾਨੂੰ ਇੱਕ ਫੰਡਾ ਸੀ ਕਿ 1 1 1 ਬਣ ਜੇ, ਤਾਂ ਆਪਾਂ ਇੱਕ 1 ਨਾਲ 2 0 ਬਣਾ ਲੈਂਦੇ ਹਾਂ। ਇੱਕ ਜਦੋਂ ਆਪਾਂ ਇਹੋ ਜਿਹੇ ਕੁਐਸਚਨ ਆ ਜਾਂਦਾ, ਆਪਾਂ ਕਰਦੇ ਹਾਂ ਕਿ ਕੋਈ ਇੱਕ ਕਾਲਮ ਦੇ ਸਾਰੇ ਐਲੀਮੈਂਟ ਇੱਕੋ ਜਿਹੇ ਹੋ ਜਾਣ, ਜਿਹਦੇ ਨਾਲ ਆਪਾਂ ਨੂੰ ਕੰਮ ਸੌਖਾ ਹੋ ਜਾਂਦਾ। ਹੁਣ ਜੇ ਬੀ ਸੀ ਨੂੰ ਆਪਾਂ ਏ ਨਾਲ ਗੁਣਾ ਕਰ ਦਾਂਗੇ, ABC ਹੋ ਜੂ। सी ए ਨੂੰ ਆਪਾਂ बी ਨਾਲ ਗੁਣਾ ਕਰ ਦਾਂਗੇ, ABC ਹੋ ਜੂ। AB ਨੂੰ C ਨਾਲ ਗੁਣਾ ਕਰ ਦਾਂਗੇ, ABC। ਇਹ ਤਿੰਨੇ ABC ਬਣਾ ਸਕਦੇ ਹਾਂ ਆਪਾਂ। ਕਰਾਂਗੇ ਕੀ ਕਿ ਰੋ 1 ਨੂੰ A ਨਾਲ ਗੁਣਾ ਕਰ ਦਿਓ, ਰੋ 2 ਨੂੰ, ਰੋ 2 ਹੈ, B ਨਾਲ ਗੁਣਾ ਕਰ ਦਿਓ, ਰੋ 3 ਨੂੰ C ਨਾਲ। ਆਪਾਂ ਇਹ ਗੁਣਾ ਕਰ ਸਕਦੇ ਹਾਂ, ਫਿਰ ਤਾਂ ਡਿਟਰਮੀਨੈਂਟ ਦੀ ਵੈਲਿਊ 'ਚ ਫਰਕ ਪਊਗਾ। पहली रो नाल की फर्क पऊगा, ए का फर्क पऊगा, दूजी नाल B का फर्क पऊ, तीजी नाल C का फर्क पऊ। डिटरमिनेंट उही रखने लई की करो, सारी रो नूं सारी डिटरमिनेंट नूं डिवाइड कर दो 1/A, इन्हां ABC नाल डिवाइड कर दो। क्यों कीता, A नाल मल्टीप्लाई कीता सी, A नाल डिवाइड करता बैलेंस बनाई रखने लई। B नाल मल्टीप्लाई कीता सी, B नाल डिवाइड करता, C नाल मल्टीप्लाई कीता सी, C नाल डिवाइड कीता। तो हो की गया 1 इंटू आ तो डिवाइड हो गया। हुण पहली रो सारे ए नाल मल्टीप्लाई किया है, तो AB² C² ABC AB प्लस AC। दूजी नूं B नाल मल्टीप्लाई किया, BC² A² ABC BC प्लस AB C A² B² ABC AC प्लस BC। हुण होर देखो, इन्हूं आपां सारी 1 1 बना सकते हैं। किवें, जे आपां सारे दे विचों सारे कॉलम 3 दे विचों टेक कॉमन ABC साझा बाहर कढ़ लो, बाहर निकलिया होगा। एक ABC तो यह बाहर आ गया। हुण इहदे विच भी ABC तो पिया ही है ना सारिਆਂ 'ਚ। तो एक ABC आपां की कढ़ो, एक कॉलम 2 चों कढ़िया, एक कॉलम 1 दे विचों कढ़ लो। कॉलम 2 दे विचों ABC बाहर कढ़ लो, कॉलम 1 दे विचों कढ़ लो। तो बाहर क्या आ जू, ABC का स्केयर आ जाऊगा। एक ABC इत्थों साझा कढ़ लिया, एक ABC इत्थों साझा बाहर कढ़ लिया, तो बटा की रह गया ABC। इत्थों साझा कढ़िया, देखो A कढ़ लिया, खत्म हो गया, एक B रह गया, एक C रह गया। B कढ़ लिया, खत्म रह गया, एक C रह गया, एक A रह गया। इत्थों कढ़ लिया, A रह गया, B रह गया, इत्थे रह गया 1 1 1 BC प्लस AC
हाँ जी बी सी प्लस ए बी ए सी प्लस बी सी। ਇੱਥੇ ਤੱਕ ਗੱਲ ਸਮਝ ਆ ਗਈ। ਹੁਣ ਅੱਗੇ ਕੀ ਕਰਨਾ ਆਪਾਂ, ਹੁਣ ਅੱਗੇ ਇਹ ਕਰਨਾ ਹੈ, ਦੇਖੋ ਇਹ 'ਚ ਬੀ ਸੀ ਪਿਆ, ਇਹ 'ਚ ਨਾ ਆਪਾਂ ਉਤਾਰਨ ਲੱਗਿਆ ਗਲਤੀ ਕਰਕੇ ਏ ਬੀ ਸੀਗਾ, ਏ ਬੀ ਪਲਸ ਏ ਸੀ ਸੀਗਾ, ਏ ਬੀ ਪਿਆ ਏ ਸੀ ਪਿਆ, ਜਿਹ 'ਚ ਬੀ ਸੀ ਜੁੜ ਜੇ ਇੱਥੇ ਬੀ ਸੀ ਪਿਆ ਏ ਬੀ ਪਿਆ ਇੱਥੇ ਏ ਸੀ ਜੁੜ ਜੇ, ਇਹ ਤਿੰਨੇ ਇਹ ਵੀ ਇੱਕੋ ਜਿਹੇ ਹੋ ਸਕਦੇ ਆ, ਇਹ ਵੀ ਆਪਸ 'ਚ ਇੱਕੋ ਜਿਹੇ ਹੋ ਸਕਦੇ ਆ। ਕਰੋ ਕੀ, ਕਾਲਮ 3 ਦੇ ਵਿੱਚ ਕਾਲਮ 1 ਐਡ ਕਰ ਦਿਓ, ਅਤੇ ਜਦੋਂ ਇੱਕ ਕਾਲਮ ਦੇ ਵਿੱਚ ਦੂਜਾ ਕਾਲਮ ਐਡ ਕਰਦੇ ਹਾਂ ਇਹਦੀ ਵੈਲਿਊ ਨੂੰ ਕੋਈ ਫਰਕ ਨਹੀਂ ਪੈਂਦਾ। ਇੱਥੇ ਤਾਂ ਆ ਏ ਬੀ ਸੀ ਨਾਲ ਏ ਬੀ ਸੀ ਕੱਟਿਆ ਗਿਆ, ਰਹਿ ਕੀ ਗਿਆ ਏ ਬੀ ਸੀ, ਇੱਥੇ ਕੀ ਬਣ ਗਿਆ ਬੀ ਸੀ ਸੀ ਏ ਬੀ 1 1 1, ਇਹਦੇ ਵਿੱਚ ਜੋ ਬੀ ਸੀ ਜੁੜ ਜੂ ਇਹ ਬਣ ਜੂ ਏ ਬੀ ਪਲੱਸ ਬੀ ਸੀ ਪਲੱਸ ਸੀ ਏ ਲਿਖ ਲਓ ਚਾਹੇ ਏ ਸੀ ਲਿਖ ਲਓ, ਇਹ ਵੀ ਬਣ ਜੂ ਏ ਬੀ ਪਲੱਸ ਬੀ ਸੀ ਏ ਸੀ ਲਿਖ ਲਓ ਚਾਹੇ ਸੀ ਏ ਲਿਖ ਲਓ, ਇਹ ਵੀ ਲਿਖ ਲਓ ਏ ਬੀ ਪਲੱਸ ਬੀ ਸੀ ਪਲੱਸ ਏ ਸੀ। ਹੁਣ ਇਹਦਾ ਕੀ ਫਾਇਦਾ, ਇਹਦੇ ਵਿੱਚੋਂ ਇਸ ਕਾਲਮ ਦੇ ਵਿੱਚੋਂ ਸਾਰਾ ਇਹ ਵੀ ਆਇਡੈਂਟੀਕਲ ਬਣ ਗਿਆ, ਤਿੰਨੇ ਐਲੀਮੈਂਟ ਇੱਕੋ ਜਿਹੇ ਹੋ ਗਏ, ਤਾਂ ਇਹ 'ਚੋਂ ਆਪਾਂ ਸਾਰਾ ਸਾਂਝਾ ਕੱਢ ਸਕਦੇ ਹਾਂ। ਟੇਕ ਕਾਮਨ ਏ ਬੀ ਪਲੱਸ ਬੀ ਸੀ ਪਲੱਸ ਏ ਸੀ ਫਰੋਮ ਕਾਲਮ 3। ਹੁਣ ਏ ਬੀ ਸੀ ਇੱਕ ਪਹਿਲਾਂ ਪਿਆ ਬਾਹਰ, ਹੁਣ ਹੋਰ ਕੀ ਆ ਗਿਆ ਇੱਕ ਏ ਬੀ ਪਲੱਸ ਬੀ ਸੀ ਪਲੱਸ ਏ ਸੀ, ਇਹ ਬਣ ਗਿਆ ਬੀ ਸੀ ਸੀ ਏ ਬੀ 1 1 1 1 1 1, ਦੋ ਕਾਲਮ ਆਇਡੈਂਟੀਕਲ ਹੋ ਗਏ। ਨਾਓ ਕਾਲਮ 2 ਐਂਡ ਕਾਲਮ 3 ਆਰ ਆਇਡੈਂਟੀਕਲ, ਜੇ ਆਇਡੈਂਟੀਕਲ ਨੇ ਇਹਦਾ ਡਿਟਰਮੀਨੈਂਟ ਕੀ ਹੋ ਜੂ 0, ਤਾਂ ਏ ਬੀ ਸੀ ਏ ਬੀ ਪਲੱਸ ਬੀ ਸੀ ਪਲੱਸ ਏ ਸੀ ਇਜ਼ ਇਕੁਅਲ ਟੂ 0, ਸਾਰੀ 0 ਨਾਲ ਗੁਣਾ ਹੋ ਕੇ ਕੀ ਹੋ ਗਿਆ 0, ਜੇ 0 ਹੋ ਗਿਆ ਤਾਂ ਕੀ ਹੋ ਗਿਆ ਵੈਨਿਸ਼ ਹੋ ਗਿਆ। ਵੀਡੀਓ ਜ਼ਿਆਦਾ ਲੰਬੀ ਜਾ ਰਹੀ ਹੈ, ਬਾਕੀ ਆਪਾਂ ਨੈਕਸਟ ਵੀਡੀਓ 'ਚ ਕਰਾਂਗੇ, ਬਹੁਤ ਹੀ ਇੰਟਰਸਟਿੰਗ ਹੋਣ ਜਾ ਰਹੀ ਹੈ। ਅਤੇ ਅਗਲੇ ਕੁਐਸਚਨ ਮੈਂ ਬਹੁਤ ਹੀ ਧਿਆਨ ਠਰਮੇ ਨਾਲ ਕਰਾਉਣੇ ਨੇ ਤਾਂ ਜੋ ਇਹ ਐਕਸਰਸਾਈਜ਼ ਤੁਹਾਡੀ ਕਿਤੇ ਵੀ ਨਾ ਫਸੇ।